ਸਭ ਨੂੰ ਜੈਮਸੀ ਦੀ ਜੈਮਸੀ ਦੀ ਆਪਾਂ ਇਕਬਾਲ ਜੀ ਕਰ ਰਹੇ ਹੈਗੇ ਆ ਬਾਈਬਲ ਸਟੱਡੀ। ਪਿੱਛੇ ਆਪਣਾ ਚੱਲ ਰਿਹਾ ਹੈਗਾ ਐਕਚੁਅਲੀ ਪ੍ਰਕਾਸ਼ ਦੀ ਪੋਥੀ 21ਵੇਂ ਦੀ 22 ਤੇ 23 ਆਇਤਾਂ ਤੇ ਉਹਦੇ ਵਿੱਚ ਟੈਬਰਨੈਕਲ ਟੈਂਪਲ ਉਹ ਚੀਜ਼ਾਂ ਆਪਾਂ ਡਿਸਕਸ ਕਰ ਰਹੇ ਹੈਗੇ ਸੀਗੇ। ਆਪਾਂ ਚਾਹਾਂਗੇ ਸੁਣਨ ਵਾਲਿਆਂ ਨੂੰ ਪਿਛਲੀਆਂ ਸਟੱਡੀਆਂ ਵੀ ਸੁਣ ਲੈਣ। ਇਸ ਟੌਪਿਕ 'ਤੇ ਹੋਰ ਵੀ ਸਟੱਡੀਆਂ ਹੋਈਆਂ ਅਰਥਲੀ ਆਪਤੇ ਅਤੇ ਸਵਰਗੀ ਅਤੇ ਆਪਾਂ ਹਾਂਜੀ ਧਰਤੀ 'ਤੇ ਜੋ ਹੈਗਾ ਸਵਰਗ ਦੇ ਵਿੱਚ ਜੋ ਹੈਗਾ ਉਹ ਅਤੇ ਫਿਰ ਟੈਬਰਨੈਕਲਸ ਅਤੇ ਮਤਲਬ ਸਟੱਡੀ ਕਰ ਰਹੇ ਹੈਗੇ ਆ। ਉਹਦੇ ਵੱਖਰੇ ਵੱਖਰੇ ਨਾਵਾਂ ਨੂੰ ਕਿਸ ਕਿਸ ਨਾਵਾਂ ਦੇ ਨਾਲ ਬਾਈਬਲ ਦੇ ਵਿੱਚ ਦੱਸਿਆ ਗਿਆ ਹੈਗਾ। ਉਹ ਸਟੱਡੀਆਂ ਪਿਛਲੀ ਸਟੱਡੀ ਵਿੱਚ ਅਸੀਂ ਕੀਤਾ ਹੈਗਾ। ਹੁਣ ਟੈਬਰਨੈਕਲ ਕਿੰਨੀ ਤਰ੍ਹਾਂ ਦੀ ਹੈਗੀ ਹੈ, ਜਿਹੜੀ ਉਹ ਬੇਦੀ ਕਿੰਨੀ ਤਰ੍ਹਾਂ ਦੀ ਹੈਗੀ ਆ, ਅਤੇ ਉਹਦੇ ਬਾਰੇ ਆਪਾਂ ਅੱਗੇ ਚੱਲਦੇ ਹਾਂ ਜੀ। ਇਹ ਜਿਹੜਾ ਹੁਣ ਦੇਖਦੇ ਹਾਂ ਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਟੈਬਰਨੈਕਲਸ ਜਾਂ ਖੈਮਾ ਇਜਤਮਾ ਦੀਆਂ 7 ਕਿਸਮਾਂ ਨੇ। ਅੱਛਾ ਜੀ। ਹੈ ਉਹ ਟੈਬਰਨੈਕਲ ਹੀ ਕਹਿਲਾਉਂਦੇ ਨੇ। ਨੰਬਰ 1 ਤੁਸੀਂ ਇਹਨੂੰ ਲਿਖ ਲਓ ਕਿ ਆਰਜ਼ੀ ਰਿਹਾਇਸ਼ਗਾਹ ਜਾਂ ਟੈਂਪਰੇਰੀ ਡੁਐਲਿੰਗਸ। ਟੈਂਪਰੇਰੀ ਡੁਐਲਿੰਗਸ ਜਾਂ ਆਰਜ਼ੀ ਰਿਹਾਇਸ਼, ਠੀਕ ਹੈ। ਇਹਦਾ ਜ਼ਿਕਰ ਹੈ ਇਹ ਕਿਸਮਾਂ ਦੱਸ ਬਾਈਬਲ ਵਿੱਚ। ਮੈਥਿਊ ਚੈਪਟਰ 17:4, ਮਤੀ ਰਸੂਲ ਦੀ ਇੰਜੀਲ 17:4, ਮਾਰਕ ਯਾਨੀ ਮਰਕਸ 9:5, ਠੀਕ ਹੈ। ਇਹ ਵੇਖ ਆਰਜ਼ੀ ਇੱਕ ਹੈ ਟੈਬਰਨੈਕਲ ਆਰਜ਼ੀ। ਦੂਸਰਾ ਜਿਹੜਾ ਹੈ ਉਹ ਟੈਬਰਨੈਕਲ ਆਫ ਮੋਲਿਕ MOLOCH ਮੋਲਿਕ। ਇਹ ਮੋਲਿਕ ਦਾ ਖੈਮਾ। ਇਹ ਚੇਲਿਆਂ ਦੇ ਕਰਤੱਵ, ਇਹਨੂੰ ਪੜ੍ਹ ਲਓ। ਚੇਲਿਆਂ ਦੇ ਕਰਤੱਵ ਜਾਂ ਬੁੱਕ ਆਫ ਐਕਟਸ ਚੈਪਟਰ 7 ਵਰਸ 43 ਤੇ 44, ਇਹਨੂੰ ਪੜ੍ਹ ਲਓ। ਓਕੇ। ਮੋਲਕ ਕੀ ਹੁੰਦਾ? ਇਹ ਮੋਲਿਕ ਇੱਕ ਬਿਆਨ ਕੀਤਾ ਹੈ ਕਿ ਜਗ੍ਹਾ ਜਾਂ ਅੱਛਾ। ਹਾਂਜੀ, ਉਹ ਮੋਲਕ ਜਗ੍ਹਾ ਦਾ ਨਾਮ ਹੈ ਜੀ। ਦੇਖੋ ਓਕੇ ਜੀ। ਆਪਾਂ ਪੜ੍ਹਦੇ ਹਾਂ ਇਹਨੂੰ ਇਸ ਲਈ ਕਹਿੰਦੇ ਨੇ ਕਿ ਮੋਲਿਕ ਦਾ ਖੈਮਾ। ਹਾਂ ਹਾਂਜੀ, ਆਪਾਂ ਪੜ੍ਹਦੇ ਹਾਂ ਜੀ। ਪਰ ਆਪਣੇ ਕਿਉਂਕਿ ਬਾਈਬਲ ਦੇ ਵਿੱਚ ਅਸਾਂ ਇਹ ਦੇਖਣੇ ਨੇ ਕਿ ਟੈਬਰਨੈਕਲ ਨੂੰ 7 ਨੇ, ਇਹ ਵੀ ਉਹਨਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਠੀਕ ਹੈ ਜੀ। ਆਪਾਂ ਪੜ੍ਹਦੇ ਹਾਂ ਜੀ ਚੇਲਿਆਂ ਦੇ ਕਰਤੱਵ 7 ਦੀ 43 ਤੇ 44, ਹਾਂਜੀ 43-44 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਨਹੀਂ, ਤੁਸੀਂ ਤਾਂ ਮੋਲਕ ਦੇਵਤੇ ਦੇ ਤੰਬੂ ਨੂੰ ਅਤੇ ਆਪਣੇ ਰਿਫਾਂ ਦੇਵਤੇ ਦੇ ਤਾਰੇ ਨੂੰ ਅਰਥਾਤ ਉਹਨਾਂ ਮੂਰਤੀਆਂ ਨੂੰ ਜਿਹੜੀਆਂ ਤੁਸੀਂ ਪੂਜਣ ਵਾਸਤੇ ਬਣਾਈਆਂ ਸਨ ਆਪਣੇ ਨਾਲ ਲਈ ਫਿਰੋ। ਤੁਹਾਨੂੰ ਮੈਂ ਬਾਬਲ ਸ਼ਹਿਰ ਦੇ ਦੂਜੇ ਪਾਰ ਪ੍ਰਵਾਸ ਦੇਵਾਂਗਾ। ਹਾਂਜੀ। ਸਾਥੀ ਦਾ ਤੰਬੂ ਵੀਰਾਨੇ ਵਿੱਚ ਸਾਡੇ ਪੁਰਖਿਆਂ ਦੇ ਨਾਲ ਸੀ। ਇਹ ਪਰਮੇਸ਼ਰ ਦੇ ਮੂਸਾ ਨੂੰ ਦੱਸੇ ਸੱਦੇ ਢਾਂਚੇ ਅਨੁਸਾਰ ਬਣਾਇਆ ਗਿਆ ਸੀ, ਜਿਸ ਦਾ ਢਾਂਚਾ ਮੂਸਾ ਨੇ ਦੇਖਿਆ ਸੀ। ਹਾਂਜੀ, ਠੀਕ ਹੈ। ਹਾਂਜੀ ਹਾਂਜੀ। ਸੋ ਇਹ ਵੀ ਇੱਕ ਟੈਬਰਨੈਕਲ ਦਾ ਜ਼ਿਕਰ ਹੈਗਾ। ਹਾਂ, ਮੋਲਕ ਦੀ ਜਿਹੜਾ ਉਹਨਾਂ ਦਾ ਮੋਲਕ। ਹਾਂ ਹਾਂਜੀ, ਉਹਦਾ ਦੂਸਰਾ ਜਿਹੜਾ ਹੈ ਤੀਸਰਾ ਹੈ ਨਾ। ਹਾਂ, ਤੀਸਰਾ ਜਿਹੜਾ ਹੈ ਡੇਵਿਡ ਟੈਬਰਨੈਕਲ, ਦਾਊਦ ਦਾ ਖੈਮਾ ਇਜਤਮਾ। ਚੇਲਿਆਂ ਦੇ ਕਰਤੱਵ 15:16, ਇਹ ਵੀ ਪੜ੍ਹਨਾ। ਚੇਲਿਆਂ ਦੇ ਕਰਤੱਵ 15:16। ਓਕੇ ਜੀ। ਚੇਲਿਆਂ ਦੇ ਕਰਤੱਵ 15:16 ਦੇ ਵਿੱਚ ਇਸ ਤਰ੍ਹਾਂ ਇਹ ਅੱਗੇ ਡਿਟੇਲ ਅੱਗੇ ਅਸੀਂ ਜਾਵਾਂਗੇ ਕਿ ਡੇਵਿਡ ਦੇ ਵੀ ਟੈਬਰਨੈਕਲ, ਇਹ ਸਾਰੀਆਂ ਚੀਜ਼ਾਂ। ਜੀ ਜੀ ਹਾਂਜੀ। ਇਹਦੇ 'ਚ ਲਿਖਿਆ ਹੈ ਚੇਲਿਆਂ ਦੇ ਕਰਤੱਵ 15:16, ਜਿਸ ਦੇ ਪਿੱਛੋਂ ਮੈਂ ਮੁੜ ਆਵਾਂਗਾ ਅਤੇ ਦਾਊਦ ਦੇ ਨਿਵਾਸ ਸਥਾਨ ਨੂੰ ਮੈਂ ਬਣਾਵਾਂਗਾ। ਉਸਦੇ ਖੋਲਿਆਂ ਨੂੰ ਮੈਂ ਫੇਰ ਉਸਾਰਾਂਗਾ ਅਤੇ ਉਸ ਨੂੰ ਮੈਂ ਫਿਰ ਸਿੱਧਾ ਕਰਾਂਗਾ। ਠੀਕ ਹੈ। ਸੋ ਇਹ ਡੇਵਿਡ ਦਾ ਇੱਕ ਮੋਜ਼ਸ ਦਾ ਹੈ, ਡੇਵਿਡ ਦਾ ਇਸ ਤਰ੍ਹਾਂ ਹੀ। ਅੱਗੇ ਤੁਸੀਂ ਕਰ ਲਓ ਕਿ ਹੈਵਨਲੀ ਸੈਂਚੁਰੀ
ਜਾਂ ਜਿਹਨੂੰ ਕਹਿ ਲਓ ਅਸਮਾਨੀ ਮਕਦਸ, ਠੀਕ ਹੈ। ਇਹ ਹਿਬਰੂ ਸੈਂਚੁਰੀ ਇਹ ਆ ਗਿਆ ਨਾ, ਲਿਖ ਲਿਆ। ਅੱਛਾ, ਇਬਰਾਨੀਆਂ 8 ਦੀ ਦੂਸਰੀ ਆਇਤ, ਹਿਬਰੂ ਚੈਪਟਰ 8 ਵਰਸ 2 ਤੇ ਹਿਬਰੂ ਚੈਪਟਰ 9 ਵਰਸ 11, ਠੀਕ ਹੈ। ਇਹ ਹੋ ਗਿਆ ਹੈਵਨਲੀ ਸੈਂਚੁਰੀ ਜਾਂ ਅਸਮਾਨੀ ਮਕਦਸ, ਠੀਕ ਹੈ। ਪੰਜਵਾਂ ਜਿਹੜਾ ਹੈ ਜ਼ਿਕਰ ਹੈ ਮੋਜ਼ਾਇਕ ਟੈਬਰਨੈਕਲ, ਜਿਹਨੂੰ ਮੂਸਾ ਦਾ ਟੈਬਰਨੈਕਲ ਕਹਿੰਦੇ, ਇਹਦਾ ਵੀ ਲਿਖ ਲਓ। ਇਬਰਾਨੀਆਂ ਹਿਬਰੂ ਚੈਪਟਰ 8 ਵਰਸ 5, ਇਬਰਾਨੀਆਂ 8 ਦੀ 5, ਇਬਰਾਨੀਆਂ 9 ਦੀ ਦੂਸਰੀ, 6ਵੀਂ, 8ਵੀਂ ਤੇ 21ਵੀਂ ਆਇਤ। ਸੋ ਇਬਰਾਨੀਆਂ 9 ਦੀ ਦੂਸਰੀ, 6ਵੀਂ, 8ਵੀਂ ਤੇ 21ਵੀਂ, ਤੇ ਇਬਰਾਨੀਆਂ ਹਿਬਰੂ ਇਬਰਾਨੀਓ 13 ਦੀ 10, ਇਹਦੇ ਵਿੱਚ ਇਹ ਜ਼ਿਕਰ ਹੈ। ਜਿੱਥੇ ਦਿਲ ਕਰੇ ਉੱਥੇ ਪੜ੍ਹ ਲੈਣਾ, ਤੇ ਤੁਸੀਂ ਦੇਖ ਲਓ ਜਿੱਥੇ ਤੁਹਾਡਾ ਹਾਂ ਥੋੜ੍ਹਾ ਜਿਹਾ ਇਹ ਖਾਸ ਨੇ, ਕਿਉਂਕਿ ਡੇਵਿਡ ਦਾ ਹੋ ਗਿਆ, ਮੂਸਾ ਦਾ ਹੋ ਗਿਆ, ਇਹਨੂੰ ਥੋੜ੍ਹਾ ਜਿਹਾ ਦੇਖ ਲਓ, ਕਿਉਂਕਿ ਅੱਗੇ ਇਹਨਾਂ ਤੋਂ ਹੀ ਗੱਲ ਚੱਲਣੀ ਹੈ। ਵੈਰੀ ਇੰਟਰਸਟਿੰਗ। ਜੀ ਜੀ 8 ਦੀ 5 ਪੜ੍ਹਦੀ ਹੈ ਜੀ। ਇਬਰਾਨੀ 8 ਦੀ 5 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਬੇਸ਼ੱਕ ਉਹ ਇਹ ਸੇਵਾ ਉਹਨਾਂ ਚੀਜ਼ਾਂ ਦੀ ਨਕਲ ਅਤੇ ਛਾਇਆ ਦੇ ਰੂਪ ਵਿੱਚ ਕਰਦੇ ਸਨ ਜੋ ਸਵਰਗ ਵਿੱਚ ਸਨ। ਉਹ ਜੋ ਸਵਰਗ ਵਿੱਚ ਸੀ, ਹਾਂ, ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਰਮੇਸ਼ਰ ਨੇ ਉਸ ਸਮੇਂ ਮੂਸਾ ਨੂੰ ਆਗਿਆ ਦਿੱਤੀ ਸੀ ਜਦੋਂ ਉਹ ਤੰਬੂ ਖੜਾ ਕਰਨ ਲੱਗਾ ਸੀ। ਦੇਖ, ਤੂੰ ਸਭ ਕੁਝ ਉਸ ਅਨੁਸਾਰ, ਉਸ ਨਮੂਨੇ ਅਨੁਸਾਰ ਬਣਾਉਣਾ ਜੋ ਤੈਨੂੰ ਪਹਾੜ ਉੱਤੇ ਦਿਖਾਇਆ ਗਿਆ ਸੀ, ਠੀਕ ਹੈ ਨਾ। ਸੋ ਇਸ ਲਈ ਇਹ ਜੋ ਉੱਤੇ ਵੇ ਥੱਲੇ ਹੋ ਰਿਹਾ ਹੈ ਨਾ। ਉਸ ਤੋਂ ਬਾਅਦ 6 ਨੰਬਰ ਹੈ ਟੈਂਟ ਆਫ ਡਵੈਲਿੰਗ, ਉਹਨੂੰ ਕਹਿੰਦੇ ਨੇ ਰਿਹਾਇਸ਼ ਦੇ ਖੈਮੇ, ਠੀਕ ਹੈ। ਉਰਦੂ 'ਚ ਰਿਹਾਇਸ਼ ਦੇ ਖੈਮੇ ਜਾਂ ਰਿਹਾਇਸ਼ ਦੇ ਤੰਬੂ। ਇਬਰਾਨੀਆਂ 11 ਦੀ 9, ਇਹ ਵੀ ਦੇਖ ਲਓ, ਪੜ੍ਹ ਲਓ ਤਾਂ ਕਿ ਕਲੀਅਰ ਹੋ ਜਾਏ, ਠੀਕ ਹੈ ਨਾ। ਹਾਂਜੀ, ਤੇ ਇਬਰਾਨੀਆਂ ਹਾਲੇਲੂਇਆ 11 ਦੀ 9 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਵਿਸ਼ਵਾਸ ਦੇ ਅਨੁਸਾਰ ਹੀ ਉਸ ਨੇ ਜਿਸ ਵਿਦੇਸ਼ੀ ਦੀ ਤਰ੍ਹਾਂ ਪਰਾਈ ਧਰਤੀ ਤੇ ਵਾਸ ਕੀਤਾ, ਉੱਥੇ ਉਹ ਤੰਬੂਆਂ ਵਿੱਚ ਰਿਹਾ ਜਿਸ ਤਰ੍ਹਾਂ ਇਜ਼ਹਾਕ ਅਤੇ ਯਕੂਬ ਰਹੇ, ਜਿਸ ਨਾਲ ਪਰਮੇਸ਼ਰ ਨੇ ਉਸ ਵਾਲੀ ਪ੍ਰਤਿਗਿਆ ਕੀਤੀ। ਇਹ ਵੀ ਇੱਕ ਟੈਬਰਨੈਕਲ ਦੀ ਗੱਲ ਹੋ ਰਹੀ ਹੈ। ਇਸ ਲਈ ਕਿੱਥੇ ਕਿਹੜਾ ਚੀਜ਼ ਕਿੰਝ ਇਸਤੇਮਾਲ ਹੋਣਾ ਹੈ ਉਹ ਅਸੀਂ ਦੇਖਦੇ ਹਾਂ। ਸੋ ਅੱਗੇ ਕਿਤੋਂ ਹੈ ਜੀ? 6 ਹੋ ਗਏ। 6 ਹੋ ਗਏ। 7ਵਾਂ ਜਿਹੜਾ ਹੈ ਦਾ ਹੋਲੀ ਸਿਟੀ, ਯਰੂਸ਼ਲਮ ਜਿਹੜਾ ਹੈ ਨਾ ਮੁਕੱਦਸ ਸ਼ਹਿਰ, ਇਹਨੂੰ ਵੀ ਟੈਬਰਨੈਕਲ ਕਿਹਾ ਗਿਆ। ਇਹਨੂੰ ਪੂਰੇ ਸ਼ਹਿਰ ਨੂੰ, ਹਾਂ, ਇਹਨੂੰ ਜਿਸ ਤਰ੍ਹਾਂ ਪ੍ਰਕਾਸ਼ ਦੀ ਪੋਥੀ ਉਹਦੀ 21 ਦੀ 22 ਆਇਤ ਦੇ ਵਿੱਚ ਜਾਂ 22 ਆਇਤ ਦੇ ਵਿੱਚ ਨਹੀਂ ਕਿਹਾ ਕਿ ਉਹ ਟੈਂਪਲ ਤੇ ਟੈਬਰਨੈਕਲ ਅਸਲ ਵਿੱਚ ਇੱਕ ਹੀ ਕਹਿਲਾਉਂਦਾ ਹੈ। ਇਹ ਵੀ ਥੋੜ੍ਹਾ ਜਿਹਾ। ਸੋ ਇਹ ਵੇ ਦੀ ਹੋਲੀ ਸਿਟੀ, ਇਹ ਟੈਬਰਨੈਕਲ ਦੀ ਗੱਲ ਕਰ ਰਹੇ ਹਾਂ ਨਾ, ਇਹ ਟੈਂਪਲ ਵਿੱਚ ਵੀ ਆਇਆ ਹੋਣਾ ਹੈ, ਠੀਕ ਹੈ। ਹਾਂਜੀ, ਰੈਵਲੇਸ਼ਨ 13 ਦੀ 6, ਮੁਕਾਸ਼ਵਾ ਪ੍ਰਕਾਸ਼ ਦੀ ਪੋਥੀ 13 ਦੀ 6, 21 ਦੀ 2 ਤੋਂ ਲੈ ਕੇ ਤੇ 23 ਦੇ ਵਿੱਚ ਇਹ ਸਾਰਾ ਜਿਹੜਾ ਸਿਸਟਮ ਹੈ ਨਾ ਉਹਦੇ ਵਿੱਚ ਬਿਆਨ ਕੀਤਾ ਹੈ, ਠੀਕ ਹੈ ਸਰ। ਤੇ ਜੇ ਯਸਾਇਆ 6 ਦੀ 1 ਦੇ ਵਿੱਚ ਅਸੀਂ ਦੇਖਿਆ ਸੀ ਨਾ, ਜਿਹੜੀ ਗੱਲ ਅਸੀਂ ਹੁਣ ਕਰ ਰਹੇ ਹਾਂ ਕਿ ਅਸਮਾਨੀ ਜਿਹੜੀ ਸਵਰਗੀ ਟੈਬਰਨੈਕਲ ਹੈ ਤੇ ਟੈਂਪਲ ਜੇ ਆਫ ਗੋਡ ਉਹਨੂੰ ਵੀ ਕਿਹਾ ਗਿਆ। ਟੈਬਰਨੈਕਲ ਜਿਹੜੀ ਉੱਤੇ ਵੇ ਉਹਨੂੰ ਟੈਂਪਲ ਆਫ ਗੋਡ ਵੀ ਕਿਹਾ ਗਿਆ, ਮਤਲਬ ਉਹਨੂੰ ਟੈਂਪਲ ਵੀ ਕਿਹਾ ਗਿਆ, ਠੀਕ ਹੈ। ਇਹਦੇ ਹਵਾਲੇ ਲਿਖ ਲਓ, ਯਸਾਇਆ 6 ਦੀ 1, ਜਿੱਥੇ ਉਹ ਯਸਾਇਆ ਉਜ਼ੀਆ ਬਾਦਸ਼ਾਹ ਦੇ ਦੌਰ ਵਿੱਚ ਨਹੀਂ ਉਹਨੇ ਕਿਹਾ ਕਿ ਮੈਂ ਬੜੀ ਬੁਲੰਦੀ ਤੇ ਪਰਮੇਸ਼ਵਰ ਦਾ ਟੈਂਪਲ ਦੇਖਿਆ, ਉਹਦਾ ਟੈਬਰਨੈਕਲ ਦੇਖਿਆ। ਇਹ ਵਰਡ ਉੱਥੇ ਯੂਜ਼ ਹੋ ਰਹੇ ਨੇ ਓਰੀਜਨਲ ਵਿੱਚ, ਠੀਕ ਹੈ। ਸੋ ਫਿਰ ਬਹੁਤ ਸਾਰੇ ਹਵਾਲੇ ਲਿਖ ਲਓ ਇਹਦੇ ਕਿ ਕਿਸ ਤਰੀਕੇ ਨਾਲ ਟੈਂਪਲ ਤੇ ਟੈਬਰਨੈਕਲ
ਜਿਹੜਾ ਹੈ ਉਹਨੂੰ ਇੱਕ ਹੀ ਪਰਮੇਸ਼ਵਰ ਦੇ ਨਾਲ ਰਿਲੇਟ ਕੀਤਾ ਗਿਆ ਹੈ, ਠੀਕ ਹੈ। ਯਾਨੀ ਟੈਂਪਲ ਟੈਬਰਨੈਕਲ, ਜਿਹੜੀ ਟੈਂਪਲ ਹੈ ਉਹਨੂੰ ਟੈਬਰਨੈਕਲ ਵੀ ਕਿਹਾ ਜਾ ਸਕਦਾ ਹੈ, ਟੈਬਰਨੈਕਲ ਨੂੰ ਟੈਂਪਲ ਵੀ ਕਿਹਾ ਜਾ ਸਕਦਾ ਹੈ। ਸਾਰੇ ਪ੍ਰਕਾਸ਼ ਦੀ ਪੋਥੀ ਦਾ ਬੁੱਕ ਆਫ ਰੈਵਲੇਸ਼ਨ ਦੇ ਹਵਾਲੇ ਨੇ। ਚੈਪਟਰ 3 ਦੇ ਤੀਸਰੇ ਦੀ 12 ਆਇਤ, ਤੀਸਰੇ ਦੀ 12 ਜੀ, ਤੇ 7 ਦੀ 15, 7 ਦੀ 15, 11 ਦੀ 19, 11 ਦੀ 19, 14 ਦੀ 15 ਤੇ 17, 14 ਦੀ 15 ਤੇ 17, ਤੇ 15 ਦੀ 5 ਤੋਂ 8, 15 ਦੀ 5 ਤੋਂ 8, ਤੇ 16 ਦੀ ਪਹਿਲੀ ਤੇ 17ਵੀਂ। ਤੇ 16 ਦੀ ਪਹਿਲੀ ਤੇ 17। ਹੁਣ ਆ ਜਾਈਏ ਅਸੀਂ ਮੇਨ ਕਿ ਮੋਜ਼ਿਸ ਤੇ ਦਾਊਦ ਦੇ ਟੈਂਪਲਸ ਦੇ ਮੁਤਲਕ ਗੱਲ ਕਰਾਂਗੇ। ਇਹ ਹੈਡਿੰਗ ਦੇਖੋ, ਮੋਜ਼ਿਸ ਐਂਡ ਡੇਵਿਡਸ ਟੈਂਪਲਸ। ਅਸਲ ਵਿੱਚ ਦੇਖੋ ਜੀ ਸੀਗੀ ਟਾਈਪਸ ਆਫ ਟੈਬਰਨੈਕਲ, ਉਹ 7 ਹਾਂਜੀ, 7 ਤਰ੍ਹਾਂ ਦੇ ਹੋ ਗਏ। ਬਾਈਬਲ ਵਿੱਚ ਜ਼ਿਕਰ ਨੇ ਜਿਹਦੇ ਵਿੱਚ ਤੁਸੀਂ ਇਹ ਸਾਰੇ ਹੀ ਦੇਖ ਲਓ, ਹੈ ਨਾ। ਲੇਕਿਨ ਮੇਨ ਸਾਡੇ ਨਾਲ ਜਿਹੜਾ ਤਲਕ ਹੈ ਨਾ, ਉਹ ਮੂਸਾ ਦਾ ਟੈਬਰਨੈਕਲ। ਦੇਖੋ ਟੈਂਪਲ ਜਿਹੜੀ ਸੀ ਉਹ ਸੀ ਉਹਦੀ ਸੋਲੇਮਨ ਦੀ। ਹੁਣ ਮੂਸਾ ਦਾ ਵੀ ਇਹ ਬੜੀ ਥੋੜ੍ਹਾ ਜਿਹਾ ਅਸੀਂ ਸਮਝਣਾ ਹੈ, ਤੇ ਫਿਰ ਸਾਨੂੰ ਬੜੀ ਆਸਾਨੀ ਹੋਏਗੀ ਜੇ ਤੁਸੀਂ ਜਦੋਂ ਕਿਸੇ ਨੂੰ ਸੁਣਦੇ ਹੋ ਜੀ ਇਹ ਟੈਬਰਨੈਕਲ ਤੇ ਮੋਜ਼ਿਸ ਦਾ ਸੀ, ਦਾਊਦ ਦਾ ਕਿੱਥੋਂ ਆਇਆ, ਜਾਂ ਜਦੋਂ ਤੁਸੀਂ ਇਸਰਾਈਲ ਦਾ ਟੂਰ ਕੱਢਦੇ ਹੋ ਤੇ ਉਹਦੇ ਵਿੱਚ ਮੋਜ਼ਿਸ ਦੇ ਵੀ ਇਨਫੋਰਮੇਸ਼ਨ ਹੈ, ਤੇ ਡੇਵਿਡ ਦਾ ਵੀ ਟੈਬਰਨੈਕਲ ਉਹਨਾਂ ਨੇ ਡਿਸਕਵਰ ਕਰਨ ਦੇ ਲਈ ਜਾਂ ਕੀਤਾ। ਇਸ ਲਈ ਅਸੀਂ ਹੁਣ ਬਾਈਬਲ ਸਟੱਡੀ ਦੇ ਵਿੱਚ ਇਹਦੀ ਵੀ ਲੈ ਰਹੇ। ਸੋ ਸ਼ੁਰੂ ਤੋਂ ਖੁਦਾ ਦੀ ਇਹ ਸੀ ਕਿ ਉਹ ਇਨਸਾਨ ਦੇ ਨਾਲ ਰਹਿਣਾ ਚਾਹੁੰਦਾ ਸੀ। ਬਾਗੇ ਆਦਮ ਦੇ ਵਿੱਚ ਅਸੀਂ ਦੇਖ ਲਈਏ ਕਿ ਗੁਨਾਹ ਕਰਨ ਤੋਂ ਪਹਿਲੇ ਖੁਦਾ ਆਦਮ ਦੇ ਨਾਲ, ਹਵਾ ਦੇ ਨਾਲ ਡੇਲੀ ਸੰਗਤੀ ਕਰਦਾ ਸੀ, ਠੀਕ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਖੁਦਾ ਨੇ ਬਨੀ ਇਸਰਾਈਲ ਕੌਮ ਨੂੰ ਮੁਲਕ ਵਿੱਚੋਂ ਕੱਢਿਆ, ਤੇ ਫਿਰ ਵੀ ਖੁਦਾ ਦੀ ਇੱਕ ਖਾਹਿਸ਼, ਡਿਜ਼ਾਇਰ ਸੀ, ਤੇ ਮੂਸਾ ਨੂੰ ਉਹਨੇ, ਜਿੰਜ ਅਸੀਂ ਰੈਫਰੈਂਸ ਅੱਗੇ ਦੇਖ ਲਏ ਕਿ ਕਿਹਾ ਕਿ ਮੇਰੇ ਲਈ ਇੱਕ ਤੰਬੂ ਬਣਾ, ਕਿਉਂਕਿ ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦਾ, ਠੀਕ ਹੈ। ਕਿਉਂਕਿ ਯਸਾਇਆ 43:21 'ਚ ਲਿਖਿਆ, ਉਹ ਮੈਂ ਇਹਨਾਂ ਲੋਕਾਂ ਨੂੰ ਇਸ ਲਈ ਬਣਾਇਆ ਕਿ ਮੇਰੀ ਵਰਸ਼ਿਪ ਕਰਨ ਤੇ ਫੈਲੋਸ਼ਿਪ ਮੈਂ ਉਹਨਾਂ ਨਾਲ ਰੱਖਾਂ। ਸੋ ਇਸ ਲਈ ਉਹ ਫਿਰ ਮੂਸਾ ਨੇ ਪੋਰਟੇਬਲ ਕਹਿ ਲਓ ਜਾਂ ਮੂਵੇਬਲ, ਚੱਕਵੀਂ, ਹਾਂਜੀ, ਉਹ ਬਣਾਇਆ, ਜਿਹਨੂੰ ਆਸਾਨੀ ਦੇ ਨਾਲ ਅਸੈਂਬਲ ਤੇ ਅਨਅਸੈਂਬਲ ਕੀਤਾ ਜਾ ਸਕਦਾ ਸੀ, ਜੋੜਿਆ ਤੇ ਖੋਲ੍ਹਿਆ ਤੇ ਨਾਲ ਉੱਥੇ। ਤੋ ਉਹ ਇਹ ਸੀ ਕਿ ਅਸੀਂ ਦੇਖਦੇ ਹਾਂ ਕਿ ਖੁਦਾ ਦੀ ਹਜ਼ੂਰੀ ਜਿਹੜੀ ਹੈ ਉਹ ਦਿਨ ਨੂੰ ਬਦਲਦੀ ਸਤੂਨ ਦੀ ਤਰ੍ਹਾਂ ਉਹਨਾਂ ਨਾਲ ਹੁੰਦੀ ਸੀ ਕਿ ਭਈ ਮੇਰੀ ਕੌਮ ਨੂੰ, ਮੇਰੇ ਬੱਚਿਆਂ ਨੂੰ ਧੁੱਪ ਨਾ ਲੱਗੇ, ਤੇ ਰਾਤੀ ਅੱਗ ਦਾ ਸਤੂਨ ਬਣ ਕੇ ਉਹ ਉਹਨਾਂ ਦੇ ਨਾਲ ਰੋਸ਼ਨ ਜਾਂਦਾ ਸੀ, ਠੀਕ ਹੈ। ਹਾਂ, ਤੇ ਇਸ ਅੱਛਾ, ਹੁਣ ਇਹ ਜਦੋਂ ਮੂਸਾ ਨੂੰ ਇਹ ਹੁਕਮ ਦਿੱਤਾ ਗਿਆ ਕਿ ਭਾਈ ਇਹ ਤੂੰ ਬਣਾਉਣਾ ਹੈ, ਤੇ ਉਹ ਜਿਹੜਾ ਹੈ ਨਾ ਬਜ਼ਲ, BEZILEL, ਬਜ਼ਲੀਏਲ ਵੈਸੇ ਉਹਨੂੰ ਕਹਿੰਦੇ ਨੇ, BABEZALEL, ਬਜ਼ੀਲ, ਹਾਂਜੀ, EEL, BAZALEL। ਇਹ ਬਜ਼ਲੀਏਲ, ਮੂਸਾ ਨੂੰ ਖੁਦਾ ਨੇ ਕਿਹਾ, ਗੱਲ ਸੁਣ, ਇਹ ਜਿਹੜਾ ਬੰਦਾ ਹੈ ਨਾ, ਇਹ ਜਿਹੜਾ ਜਿਹਦਾ ਬਜ਼ਲੀਏਲ, ਅੱਛੇ ਬੰਦੇ ਦਾ ਨਾਮ ਹੈ, ਹਾਂ, ਇਹਦੇ ਤੇ ਮੈਂ ਇੱਕ ਅਨੋਇੰਟਿੰਗ ਘੱਲਣਾ, ਇੱਕ ਅਭਿਸ਼ੇਕ ਘੱਲਣਾ, ਤੇ ਇਹਦੇ ਨਾਲ ਇਹਦਾ ਇੱਕ ਸਾਥੀ ਜਿਹੜਾ ਹੈ ਨਾ ਅਲੀਆਬ, ਠੀਕ ਹੈ, ਉਹਨੂੰ ਮੈਂ ਇਹਦੇ ਨਾਲ ਲਾਉਣਾ, ਤੇ ਇਹ ਅਨੋਇੰਟਿੰਗ ਦੇ ਨਾਲ ਜਿਹੜੀ ਚੀਜ਼ ਮੈਂ ਚਾਹਨਾ ਇਹਨਾਂ ਕੋਲੋਂ ਇਸ ਤੰਬੂ 'ਚ ਬਣਵਾਉਣੇ ਦੇ ਲਈ ਹੈ, ਉਹ ਇਹ ਬਣਾਉਣਗੇ, ਯਾਨੀ ਅੰਡਰ ਅਨੋਇੰਟਿੰਗ ਮਸੇ ਦੇ ਵਿੱਚ। ਸੋ ਜੀ, ਸੋ ਇਹ ਜਿਹੜਾ ਨਾ ਜਿਸ ਤਰੀਕੇ ਨਾਲ ਅਸੀਂ ਅਬਰਾਨੀਆਂ 8, ਇਹ ਜਿਹੜਾ ਨਾ ਜੋ ਕੁਛ ਵੀ ਹੈ ਇਹ ਸਵਰਗੀ ਇਮੇਜ ਜਾਂ ਕੀ ਉਹਨੂੰ ਕਹਿ ਲਓ ਅਕਸ ਹੈ,
ਕਿੱਥੇ ਲਿਖਿਆ ਹੈ? ਅਬਰਾਨੀਆਂ 8 ਦੀ 5 ਤੇ ਅਬਰਾਨੀਆਂ 9 ਦੀ 23 ਤੇ 24। ਇਹ ਬਿਲਕੁਲ ਇਹ ਜੋ ਕੁਝ ਵੀ ਹੈਗਾ ਇਹ ਖੁਦਾ ਦੀ ਮਰਜ਼ੀ ਨਾਲ। ਸੋ ਇਹ ਖੈਮਾ ਖੁਦਾ ਦੀ ਨਜ਼ਰ ਵਿੱਚ ਇੰਨਾ ਅਹਿਮ ਸੀ ਕਿ ਇੰਨਾ ਇੰਪੋਰਟੈਂਟ ਸੀ ਕਿ ਬਾਈਬਲ ਦੇ ਵਿੱਚ ਉਹਨੇ 43 ਚੈਪਟਰਸ ਸਿਰਫ ਇਸੇ ਲਈ ਲਿਖਾ ਦਿੱਤੇ ਨੇ। ਹੈ ਕਿੰਨੇ? 43। ਤੇ ਇਨਸਾਨ ਨੂੰ ਤੇ ਜਿਹੜੀ ਸ੍ਰਿਸ਼ਟੀ ਰਚੀ ਹੈ ਨਾ ਉਹਦੇ ਲਈ ਸਿਰਫ 2 ਚੈਪਟਰਾਂ 'ਚ ਹੀ ਉਹਨੇ ਕੰਮ ਫਰਕ ਕਰ ਦਿੱਤਾ ਅੰਦਾਜ਼ਾ। ਹੈ ਪਹਿਲਾ ਉਤਪਤ ਜਾਂ ਦ ਬੁੱਕ ਆਫ ਜੈਨੇਸਿਸ, ਪੈਦਾਇਸ਼, ਪਹਿਲਾ ਤੇ ਦੂਸਰੇ ਬਾਬ ਵਿੱਚ ਅਸੀਂ ਦੇਖਦੇ ਹਾਂ ਕਿ ਰੈਸਟੋਰੇਸ਼ਨ ਜਾਂ ਜ਼ਮੀਨ ਨੂੰ ਬਹਾਲ ਕੀਤਾ ਜਾਂ 2 ਚੈਪਟਰਾਂ 'ਚ ਉਹਨੇ ਕੀਤਾ। ਲੇਕਿਨ ਇਹ ਇੰਨਾ ਇੰਪੋਰਟੈਂਟ ਸੀ ਖੁਦਾ ਦੀ ਨਜ਼ਰ ਵਿੱਚ ਕਿ ਉਹਨੇ 43 ਜਿਹੜੇ ਨੇ ਨਾ ਚੈਪਟਰ ਸਿਰਫ ਇਸੇ ਦੇ ਲਈ ਕਿ ਕਿੰਜ ਇਹਨਾਂ ਨੇ ਬਣਾਉਣਾ ਹੈ, ਹਦਾਇਤ ਜਾਂ ਇਨਸਟਰਕਸ਼ਨਸ ਲਿਖਵਾਈਆਂ। ਕਿੰਨੇ ਚੈਪਟਰਸ? 43। ਠੀਕ ਹੈ। ਸੋ ਖੁਦਾ ਨੇ ਬਾਰ-ਬਾਰ ਇਸਰਾਈਲੀਆਂ ਉੱਤੇ ਇਹ ਜ਼ਾਹਿਰ ਕੀਤਾ ਕਿ ਉਹ ਉਹਨਾਂ ਦੇ ਦਰਮਿਆਨ ਰਹਿਣਾ ਚਾਹੁੰਦਾ ਹੈ। ਉਹ ਇਨਸਾਨ, ਇਸੇ ਲਈ ਅਸੀਂ ਉਹਦੇ ਸਰੂਪ 'ਤੇ ਬਣੇ ਹਾਂ, ਲਾਈਕਨੈਸ ਇਮੇਜ 'ਤੇ। ਸੋ ਮੂਸਾ ਦੇ ਟੈਬਰਨੈਕਲ ਨੂੰ ਹੁਣ ਮੋਜ਼ਸ ਦਾ ਜਿਹੜਾ ਟੈਬਰਨੈਕਲ ਹੈ ਉਹਨੂੰ ਕੁਝ ਨਾਂ ਦਿੱਤੇ ਗਏ ਨੇ। ਠੀਕ ਹੈ। ਹੁਣ ਮੋਜ਼ਸ ਦੇ ਟੈਬਰਨੈਕਲ ਨੂੰ ਕੁਝ ਨਾਂ ਦਿੱਤੇ ਗਏ ਨੇ। ਨੰਬਰ 1 ਦਾ ਟੈਬਰਨੈਕਲ ਯਾਨੀ ਕਿ ਖੈਮਾ ਇਜਤਮਾ। ਮੋਜ਼ਸ ਦੀ ਗੱਲ ਹੋ ਰਹੀ ਹੈ। ਹੁਣ ਮੋਜ਼ਸ 'ਤੇ ਆ ਰਹੇ ਹਾਂ। ਕੂਚ, ਐਕਸੋਡਸ, ਖਰੂਜ 25 ਦੀ 9 ਵਰਸ ਹੈ। ਠੀਕ ਹੈ। ਸੋ ਮੂਸਾ ਦਾ ਜਿਹੜਾ ਟੈਬਰਨੈਕਲ ਹੈ ਉਹਨੂੰ ਸੈਂਚੁਰੀ ਜਾਂ ਮਕਦਸ ਵੀ ਕਿਹਾ ਗਿਆ। ਨੰਬਰ 2 ਸੈਂਚੁਰੀ, ਜਿਹਦਾ ਮਤਲਬ ਹੈ ਪਰਮੇਸ਼ਵਰ ਯਹੋਵਾ ਪਾਕ ਖੁਦਾ ਦੇ ਲਈ ਅਲੱਗ ਕੀਤੀ ਹੋਈ ਜਗ੍ਹਾ। ਅਲੱਗ ਕੀਤੀ ਹੋਈ ਜਗ੍ਹਾ ਯਾਨੀ ਜਿੱਥੇ ਖੁਦਾ ਡਵੈਲ ਕਰ ਸਕਦਾ ਹੈ ਜਾਂ ਖੁਦਾ ਦੇ ਰਹਿਣੇ ਦੀ ਅਲੱਗ ਜਗ੍ਹਾ। ਇਹ ਦੂਸਰੇ ਨੰਬਰ 'ਤੇ ਇਹਦਾ ਲਿਖ ਲਓ ਕੂਚ, ਖਰੂਜ, ਐਕਸੋਡਸ 25 ਦੀ 8। ਇਹ ਮੂਸਾ ਦੇ ਟੈਬਰਨੈਕਲ ਦੇ ਕੁਛ ਨਾਮ ਨੇ। ਇਹ ਜਿੱਥੇ ਇਹ ਆਣ ਸਮਝ ਜਾਣਾ ਕਿ ਇਹ ਮੂਸਾ ਦੇ ਟੈਬਰਨੈਕਲ ਨੇ। ਤੀਸਰਾ ਜਿਹੜਾ ਹੈਗਾ ਉਹਦਾ ਨਹੀਂ ਕਹਿੰਦੇ ਟੈਸਟਮਨੀ ਦਾ ਖੈਮਾ ਜਾਂ ਗਵਾਹੀ ਦਾ ਖੈਮਾ ਜਾਂ ਦਾ ਟੈਂਟ ਆਫ ਟੈਸਟਮਨੀ ਔਰ ਵਿਟਨੈਸ। ਠੀਕ ਹੈ। ਇਹ ਤੀਸਰਾ ਜਦੋਂ ਇਹ ਨਾਂ ਹੁੰਦਾ ਨਾ ਤੇ ਅਸੀਂ ਕਹਿੰਦੇ ਹਾਂ ਯਾਰ ਇਹ ਮੂਸਾ ਦਾ ਟੈਬਰਨੈਕਲ। ਹਾਲਾਂਕਿ ਡੇਵਿਡ ਦੇ ਲਈ ਹੋਰ ਨੇ। ਚੌਥਾ ਅੱਛਾ ਇਹਨੂੰ ਇਹ ਨਾਂ ਇਹਦਾ ਰੈਫਰੈਂਸ ਹੈ ਟੈਂਟ ਆਫ ਟੈਸਟਮਨੀ ਦਾ। ਇਹਦਾ ਹੈ ਨੰਬਰਸ ਗਿਣਤੀ 9 ਦੀ 15। ਮਿਸ ਨਹੀਂ ਕਰਦੇ ਤੁਸੀਂ ਹਨ। ਅੱਛਾ ਚਲੋ ਇਹਨੂੰ ਨਾਂ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਸ ਟੈਬਰਨੈਕਲ ਦੇ ਵਿੱਚ ਆਰਕ ਆਫ ਕਵਨੈਂਟ ਸੀ ਜਾਂ ਅਹਿਦ ਦਾ ਸੰਦੂਕ ਸੀ ਤੇ 10 ਹੁਕਮ ਸਨ। ਇਹ ਜਿਹੜੇ ਸਨ ਨਾ ਇਹ ਇਸਰਾਈਲੀਆਂ ਦੇ ਲਈ ਇੱਕ ਮੋਰਲ ਸਟੈਂਡਰਡ ਦੇ ਗਿਣੇ ਜਾਂਦੇ ਸਨ। ਉਹਨਾਂ ਦਾ ਇੱਕ ਮੋਰਲ ਸਟੈਂਡਰਡ ਸੀ। ਠੀਕ ਹੈ। ਉਹਨੂੰ ਇਖਲਾਕੀ ਮਿਆਰ ਨੂੰ ਦਰਸਾਉਂਦੇ ਸਨ। ਠੀਕ ਹੈ। ਨੰਬਰ 4 ਹਾਊਸ ਆਫ ਗੋਡ, ਖੁਦਾ ਦਾ ਘਰ ਹੈ। ਇਹ ਵੀ ਮੂਸਾ ਦੇ ਟੈਬਰਨੈਕਲ ਨੂੰ ਕਿਹਾ ਗਿਆ। ਠੀਕ ਹੈ। ਕੂਚ, ਖਰੂਜ ਦਾ ਐਕਸੋਡਸ ਚੈਪਟਰ 34 ਵਰਸ 26। ਕਈ ਜਗ੍ਹਾ ਹੁੰਦਾ ਨਾ ਹਾਊਸ ਆਫ ਗੋਡ। ਸ਼ਾਇਦ ਮੇਰੇ ਖਿਆਲ ਹੈ ਸਾਡਾ ਯੂਬਾ ਸਿਟੀ ਦਾ ਵੀ ਕੁਝ ਹੁੰਦਾ ਹੈ। ਹਾਂ ਇਹ ਮੂਸਾ ਦਾ ਖੁਦਾ ਦਾ ਘਰ। ਠੀਕ ਹੈ। ਖਰੂਜ 34 ਦੀ 26। ਕੂਚ 34 ਦੀ 26। ਪੰਜਵਾਂ ਨੰਬਰ ਹੈ ਦੀ ਟੈਂਟ ਆਫ ਕੌਂਗਰੀਗੇਸ਼ਨ ਯਾਨੀ ਸੰਗਤੀ ਦਾ ਖੈਮਾ ਹੈ। ਕੌਂਗਰੀਗੇਸ਼ਨ ਹੁੰਦੀ ਹੈ ਨਾ ਜਿਸ ਤਰ੍ਹਾਂ ਸੰਗਤੀ ਹੁੰਦੀ ਹੈ ਜਿਹਨੇ ਹੈ ਨਾ ਉਹਨੂੰ ਕਿਹਾ ਗਿਆ। ਤੇ ਜਿੱਥੇ ਇਸਰਾਈਲ ਜਮ੍ਹਾਂ ਹੋ ਕੇ ਖੁਦਾ ਦੀ ਵਰਸ਼ਿਪ ਕਰਦੇ ਸਨ ਤੇ ਈਦਾਂ ਮਨਾਉਂਦੇ ਸਨ। ਕੂਚ 40 ਦੀ 34। ਠੀਕ ਹੈ। ਇਹ ਜਿਹੜੇ ਨੇ ਨਾ ਇਹ ਨਾਂ ਜਿਹੜੇ ਹੁਣ ਦੱਸੇ ਗਏ ਨੇ ਇਹ ਮੂਸਾ ਦੇ ਟੈਬਰਨੈਕਲ ਨਾਲ ਰਿਲੇਟਡ।
ਉਹਦੇ ਬਾਅਦ ਇਸ ਟੈਬਰਨੈਕਲ ਦੇ 3 ਹਿੱਸੇ ਬਾਅਦ ਵਿੱਚ ਡਿਟੇਲ ਹੀ ਜਾਣਗੇ ਕਿ ਇਹਨਾਂ 'ਚ ਕੀ ਸਨ। 3 ਹਿੱਸੇ ਸਨ। ਨੰਬਰ 1 ਸੀ ਆਊਟਰ ਕੋਰਟ। ਅਸੀਂ ਹਾਲਾਂ ਇਨ ਨਹੀਂ ਜਾ ਰਹੇ, ਸਿਰਫ ਬਾਹਰੋਂ ਹੀ ਫਿਰਦੇ ਹਾਂ। ਉਹ ਫਿਰ ਤੁਸੀਂ ਬਿਆਨ ਕਰਨੇ ਨੇ 3 ਹਿੱਸੇ। ਹਾਂਜੀ ਜੀ ਅਸਾਈਨਮੈਂਟ ਹੋ ਗਿਆ। ਸੋ ਨੰਬਰ 1 ਆਊਟਰ ਕੋਰਟ, ਜਿਹਦੇ ਵਿੱਚ ਬਰੋਜ਼ਨ ਆਲਟਰ ਸੀ, ਮਜ਼ਬਾ ਸੀ, ਤੇ ਇੱਕ ਬਰੋਜ਼ਨ ਹੋਜ਼ ਸੀਗਾ, ਲੇਵਨ, BROZEN, ਬਰੋਜ਼ਨ ਲੇਵਨ, ਬਰੋਜ਼ਨ ਆਲਟਰ ਸੀ। ਇਹ ਆਊਟਰ ਕੋਰਟ। ਤੇ ਇਨਰ ਕੋਰਟ ਦੇ ਵਿੱਚ ਸੀ, ਯਾਨੀ ਅੰਦਰੂਨੀ ਸਹਿਨ ਦੇ ਵਿੱਚ ਸੀ। ਇਹ ਰੈਫਰੈਂਸ ਲਿਖ ਲਓ ਇੱਕ ਦੂਸਰੇ ਦਾ, ਤੇ ਇਹਦੇ ਵਿੱਚ ਹੀ ਇਹ ਕਵਰ ਹੋ ਜਾਏਗਾ। ਕੂਚ 25 ਦੀ 30 ਤੇ 31, ਠੀਕ ਹੈ। ਅੰਦਰੂਨੀ ਸਹਿਨ ਦੀ ਗੱਲ ਹੀ ਹੈ। ਅੱਛਾ, ਇਹਦੇ 'ਚ ਕੀ ਸੀ? ਅੰਦਰੂਨੀ ਸਹਿਨ, ਇਨਰ ਕੋਰਟ ਆਫ ਹੋਲੀ ਪਲੇਸ। ਆ ਜਿਹੜਾ ਤੁਸੀਂ ਕੂਚ 25 ਦਿੱਤੀ 31 ਉਹ ਆਊਟਰ ਕੋਰਟ ਦੇ ਸੀਗੇ ਨਾ? ਇਹ ਦੋਵਾਂ ਦੇ ਆ ਜਾਣਗੇ ਇਹਦੇ ਵਿੱਚ ਹੀ ਜੀ। ਸੋ ਨੰਬਰ 2 ਸੀ, 3 ਹਿੱਸੇ ਦੱਸ ਰਹੇ ਨੇ। ਆਊਟਰ ਕੋਰਟ ਹੋ ਗਿਆ। ਨੰਬਰ 2 ਇਨਰ ਕੋਰਟ ਔਰ ਹੋਲੀ ਪਲੇਸ, ਅੰਦਰੂਨੀ ਸਹਿਨ ਜਾਂ ਪਾਕ ਮਕਾਮ, ਜਿਹਦੇ ਵਿੱਚ ਬਖੂਰ ਜਲਾਉਂਦੇ ਸਨ। ਬਖੂਰ ਇਨਸੈਂਸ ਹੈ ਜੀ। ਤੇ ਸੁਨਹਿਰੀ ਮਜ਼ਬਾ ਵੀ ਸੀ ਇਹਦੇ ਵਿੱਚ ਨਾ, ਗੋਲਡਨ ਆਲਟਰ ਆਫ ਇਨਸੈਂਸ, ਠੀਕ ਹੈ। ਇਹ ਕੂਚ 30 ਦੀ ਕੂਚ ਜਾਂ ਐਕਸੋਡਸ 30 ਦੀ ਪਹਿਲੀ 10 ਆਇਤਾਂ 'ਚ ਬੜੀ ਡਿਟੇਲ ਹੈ ਐਕਚੁਅਲੀ, ਇਹ ਨੋਟ ਕਰ ਲਓ, ਠੀਕ। ਤੇ ਦੂਸਰਾ ਜਿਹੜਾ ਹੈ ਇਹਦੇ ਵਿੱਚ ਸੀ ਨਜ਼ਰ ਦੀਆਂ ਰੋਟੀਆਂ, ਉਹਨੂੰ ਅਸੀਂ ਕਹਿੰਦੇ ਹਾਂ ਸ਼ੋਬਰਡ, SHOWB, ਸ਼ੋਬਰਡ ਟੇਬਲ ਸੀ। ਨਜ਼ਰ ਗੁਜ਼ਰਾਨੇ ਦਾ ਇੱਕ ਟੇਬਲ ਸੀ, ਹੈ ਨਾ। ਤੇ ਉਹਦੇ ਵਿੱਚ ਸੀ ਗੋਲਡਨ ਸਟੈਂਡ ਸੀਗਾ, ਸੁਨਹਿਰੀ ਸ਼ਮਾਦਾਨ ਸੀ, ਠੀਕ ਹੈ। ਇਹਦਾ ਰੈਫਰੈਂਸ ਲਿਖ ਲਓ, ਕੂਚ ਐਕਸੋਡਸ 25 ਦੀ 30 ਤੇ 31। ਇਹ ਦੂਸਰਾ ਹਿੱਸਾ ਹੋ ਗਿਆ। ਇਹ ਅਸੀਂ ਮੋਟੇ ਹੀ ਚੱਲ ਰਹੇ ਹਾਂ। ਤੀਸਰਾ ਜਿਹੜਾ ਹੋਲੀ ਆਫ ਹੋਲੀਜ਼, ਠੀਕ ਹੈ, ਪਾਕ ਤਰੀਨ ਮਕਾਨ, ਠੀਕ ਹੈ, ਜਿਹਦੇ ਵਿੱਚ ਐਤ ਦਾ ਸੰਦੂਕ ਤੇ 10 ਹੁਕਮ ਸਨ। ਇਸੀ ਹੋਲੀ ਆਫ ਹੋਲੀਜ਼ ਦੇ ਵਿੱਚ ਪਰਮੇਸ਼ਵਰ ਦਾ ਜਲਾਲ ਤੇ ਉਹਦੀ ਹਜ਼ੂਰੀ ਰਹਿੰਦੀ ਸੀ, ਠੀਕ ਹੈ। ਔਰ ਇਸ ਜਗ੍ਹਾ ਤੇ ਸਰਦਾਰ ਕਾਇਮ ਤੋਂ ਇਲਾਵਾ ਕੋਈ ਐਂਟਰ ਨਹੀਂ ਸੀ ਹੋ ਸਕਦਾ। ਜੀ ਕੁਝ ਗੱਲ ਕਰ ਉਹਦੇ ਵਿੱਚ ਆਪਣੇ ਸੀਗਾ, ਉਹਦੇ ਵਿੱਚ ਹੋਲੀ ਆਫ ਹੋਲੀ ਸੀਗਾ, ਚੈਸਟ ਸੀਗਾ, ਸੰਦੂਕ ਸੀਗਾ, ਤੇ ਉਹਦੇ ਵਿੱਚ ਜੋ ਆਪਣੇ ਜਿਹੜੇ 10 ਹੁਕਮ ਸਨ। ਅੱਗੇ ਜਾ ਕੇ ਫਿਰ ਮੂਸਾ ਦਾ ਵਿੱਚ ਹਾਰੂਨ ਦਾ ਆਸਾ, ਇਹ ਤੇ ਹਾਲਾ ਇਹ ਹੀ ਸੀ ਫਿਲਹਾਲ, ਠੀਕ ਹੈ। ਅੱਛਾ, ਇਹ ਹੋ ਗਿਆ। ਹੁਣ ਇਹਦੀ ਥੋੜੀ ਜਿਹੀ ਇੱਕ ਬੜੀ ਇੰਪੋਰਟੈਂਟ ਚੀਜ਼ ਸਮਝਣੀ ਹੈ ਕਿ ਜਦੋਂ ਇਸਰਾਈਲੀ ਇਹਦੇ ਵਿੱਚ ਆਪਣੇ ਉਹ ਜਿਹੜੀ ਮਾਰਨਾ ਵੀ ਸੀਗਾ ਜੀ, ਇਹਦੇ ਵਿੱਚ ਮਾਰਨਾ ਵੀ ਸੀਗਾ। ਇਹ ਅੱਗੇ ਜਾ ਕੇ ਅਸੀਂ ਇਹਨੂੰ ਡਿਟੇਲ ਵਿੱਚ ਕਰਾਂਗੇ। ਹਾਲਾਂ ਨਿਕਲੇ ਹੀ ਨੇ ਤੇ ਖੁਦਾ ਮੂਸਾ ਨੂੰ 10 ਹੁਕਮ ਤੇ ਇਹ ਸਾਰੀਆਂ ਚੀਜ਼ਾਂ ਉਹ ਇਨਰ ਦੇ ਵਿੱਚ ਬਾਅਦ ਹੀ ਜਾਣਗੇ, ਪਹਿਲੇ ਆਊਟਰ ਸਮਝ ਲਈ, ਠੀਕ ਹੈ। ਅੱਛਾ, ਜਦੋਂ ਇਸਰਾਈਲ ਪਹੁੰਚ ਗਏ, ਬਨੀ ਇਸਰਾਈਲ ਵਾਅਦਾ ਕੀਤੇ ਹੋਏ ਮੁਲਕ ਵਿੱਚ ਪਹੁੰਚ ਗਏ, ਹੁਣ ਜ਼ਾਹਿਰ ਹੈ ਉਦੋਂ ਇਹਦੇ ਵਿੱਚ ਇਹ ਚੀਜ਼ਾਂ ਆਉਣਗੀਆਂ, ਉਹ ਬਾਅਦ ਵਿੱਚ ਬਿਆਨ ਕਰਾਂਗੇ। ਤੇ ਇਹ ਫਿਰ ਮੂਵੇਬਲ ਨਹੀਂ ਰਿਹਾ। ਜਦੋਂ ਉਹ ਆਪਣੇ ਸੈਟਲ ਹੋ ਗਏ ਆਪਣਾ ਪ੍ਰੋਮਿਸ ਲੈਂਡ ਦੇ ਵਿੱਚ, ਵਾਅਦਾ ਕੀਤੇ ਹੋਏ ਮੁਲਕ ਹੋ ਗਏ, ਤੇ ਹੁਣ ਇਹ ਮੂਵੇਬਲ ਨਹੀਂ ਰਿਹਾ। ਹੁਣ ਇਸ ਖੈਮੇ ਨੂੰ ਉਹਨਾਂ ਨੇ ਸਾਮਰੀਆ ਦੇ ਵਿੱਚ ਸ਼ਾਲੋ ਦੇ ਜਗ੍ਹਾ ਉੱਤੇ ਸੈੱਟ ਕਰ ਦਿੱਤਾ, ਠੀਕ ਹੈ। ਸਾਮਰੀਆ ਦੇ ਵਿੱਚ SHILOH ਕਿ ਦੇ ਮਕਾਮ ਉੱਤੇ ਇਹ ਹੁਣ ਤਕਰੀਬਨ ਸਮਝਣੇ ਦੀ ਗੱਲ ਹੈ 400 ਸਾਲ ਤੱਕ ਇੱਥੇ ਹੀ ਸੈਟਲ ਰਿਹਾ, ਠੀਕ ਹੈ। ਇਹ ਹੁਣ ਮੂਸਾ ਹੋਰੀ ਦੇ ਪਿੱਛੇ ਹੀ ਮੁੱਕ ਗਏ, ਪ੍ਰੋਮਿਸ ਲੈਂਡ ਤੇ ਪਹੁੰਚ ਹੀ ਨਹੀਂ, ਜੋਸ਼ੂਆ ਤੇ ਕਾਲਬ ਤੇ ਉਹ ਬਾਕੀ ਉਹਨਾਂ ਦੀ, ਠੀਕ ਹੈ। ਇਹ ਹੁਣ ਨਾਲ ਨਾਲ ਸੀ। ਇਹਨਾਂ ਨੇ ਜਦੋਂ ਪਹੁੰਚ ਗਏ ਤੇ ਇਹਨੂੰ ਕਿਹੜੀ ਜਗ੍ਹਾ ਤੇ
ਸ਼ਰਲੌਕ हाँ सामरिया, ਹਾਂ ਸਾਮਰੀਆ ਯਾਨੀ SAMARIA ਸਾਮਰੀਆ ਦੇ ਵਿੱਚ ਸ਼ਿਲੋ ਦੇ ਮਕਾਮ ਉੱਤੇ ਤਕਰੀਬਨ 400 ਸਾਲ ਤੱਕ ਇਹ ਸੈਟਲ ਕਰ ਦਿੱਤਾ ਗਿਆ। 400 ਸਾਲ, ਠੀਕ ਹੈ। ਇਸ ਅਰਸੇ ਦੇ ਵਿੱਚ ਇਹ ਜਿਹੜੇ ਜੱਜਿਸ ਸਨ, ਕਾਜ਼ੀ ਸਨ ਜਾਂ ਨਿਆਈ, ਕੁਰਬਾਨੀਆਂ ਤੇ ਨਜ਼ਰਾਂ ਇੱਥੇ ਗੁਜ਼ਰਾਉਂਦੇ ਸਨ, ਬਲੀਆਂ ਤੇ ਜੋ ਵੀ ਇਹ ਮੂਸਾ ਨੂੰ ਖੁਦਾ ਨੇ ਦੱਸਿਆ ਸੀ। ਕੌਣ? ਜੱਜਿਸ ਨਹੀਂ ਸਨ, ਨਿਆਈ, ਕਾਜ਼ੀ, ਨਿਆਂ ਕਰਨ ਵਾਲੇ। ਅੱਛਾ, ਏਲੀ ਕੈਨ ਜਿਹੜਾ, ਹੁਣ ਇਹ ਸਮਝਦੇ ਜਾਈਏ, ਏਲੀ ਕੈਨ ਜਿਹੜਾ ਇਸਰਾਈਲ ਦਾ ਸੈਕੰਡ ਲਾਸਟ ਜੱਜ ਸੀ, ਜਦੋਂ ਇਸਰਾਈਲੀਆਂ ਦੀ ਫਲਸਤੀਆਂ ਨਾਲ ਜੰਗ ਹੋਈ ਤੇ ਏਲੀ ਕਾਇਨ ਹੋਰਾਂ ਕੀ ਕੀਤਾ, ਫॉर ਗ੍ਰਾਂਟਡ ਲੈ ਲਿਆ, ਭਾਈ ਇਹ ਸੰਦੂਕ ਨੂੰ ਰੱਖਾਂਗੇ ਆਪੇ ਹੀ ਰੱਬ ਸਾਨੂੰ ਜਿੱਤ ਦੇਗਾ। ਔਰ ਉੱਥੇ ਕੀ ਹੋਇਆ? ਕੰਮ ਇਹਦੇ ਉਲਟ ਹੋਇਆ। और खुदा ने फलस्तियां के हथों इसराइलियों को शिकस्त दी, तो ना सिर्फ ये दी बल्कि उन्होंने उस आर्क ऑफ कवनेंट या ऐद के संदूक उत्ते भी कब्जा कर। सो इसराइलियां के दरम्यान हुण खुदा दा जलाल जाता रहा, हुण बगैर गलोरी दे सन। पहला सैमुअल 4 दी 21 ते 22 असी शॉर्ट करके दस रहे हैं, ठीक है। 1 Samuel chapter 4 verse 21 ਤੇ 22। ਅੱਛਾ ਹੁਣ ਜਿਹੜਾ ਖੈਮਾ ਮੋਜ਼ਿਸ ਟੈਬਰਨੈਕਲ, ਉਹ ਜਿਹੜਾ ਕਿੱਥੇ ਸੀ? ਸ਼ਿਲੋ ਦੇ ਵਿੱਚ ਸੀ। ਹੁਣ ਖੁਦਾ ਦੇ ਜਲਾਲ ਤੇ ਅਹਿਦ ਦੇ ਸੰਦੂਕ ਤੋਂ ਖਾਲੀ ਹੋ ਗਿਆ। ਤੰਬੂ ਹੈਗਾ, ਆਰਕ ਆਫ ਕਵਨੈਂਟ ਕੋਈ ਨਹੀਂ। ਹੁਣ ਜਿੱਥੇ ਇਹ ਆਰਕ ਆਫ ਕਵਨੈਂਟ ਜਾਂ ਅਹਿਦ ਦਾ ਸੰਦੂਕ ਇਸਰਾਈਲੀਆਂ ਦੇ ਲਈ ਬਰਕਤ ਲਿਆ ਰਿਹਾ ਸੀ, ਹੁਣ ਉਹਦਾ ਕੁਝ ਹੋਰ ਅਸਰ ਹੋਰ ਲੋਕਾਂ 'ਤੇ ਅਸੀਂ ਦੇਖ ਰਹੇ ਹਾਂ। ਉਹ ਇਹ ਹੋਇਆ ਕਿ ਜਦੋਂ ਫਲਸਤੀਆਂ ਨੇ ਇਹਨਾਂ ਕਿਹਾ ਇਹ ਖਾਸ ਚੀਜ਼ ਹੈ, ਉਹਨਾਂ ਆਪਣਾ ਇੱਕ ਗੋਡ ਜਿਹੜਾ ਸੀ DAGON ਡੈਗਨ, ਉਹਦੇ ਮੰਦਰ ਵਿੱਚ ਜੂੰ ਹੀ ਆਰਕ ਆਫ ਕਵਨੈਂਟ ਨੂੰ ਰੱਖਿਆ, ਉਹ ਬਹੁਤ ਡਿੱਗ ਗਿਆ। ਔਰ ਇੱਕ ਲਿਹਾਜ਼ ਨਾਲ ਉਹ ਆਰਕ ਆਫ ਕਵਨੈਂਟ ਨੂੰ, ਹਾਲੇਲੂਇਆ, ਅਹਿਦ ਦੇ ਸੰਦੂਕ ਨੂੰ ਉਹ ਆਪ ਮੱਥਾ ਟੇਕਣ ਸ਼ੁਰੂ ਹੋ ਗਿਆ, ਹਾਲੇਲੂਇਆ। ਸੋ ਇਹ ਬੜੀ ਪਾਵਰਫੁਲ ਹੈ, ਠੀਕ ਹੈ। ਸੋ ਖੁਦਾਵੰਦ ਲਾਰਡ ਨੇ, ਪਰਮੇਸ਼ਵਰ ਨੇ ਇਹ ਜਿਹੜਾ ਸੀ ਇਹ ਅਰਸ਼ਦੋਦ ਦੇ ਲੋਕਾਂ ਉੱਤੇ, ਇਹ ਅਰਸ਼ਦੋਦ ਦੇ ਜਿਹੜੇ ਲੋਕਾਂ ਤੇ ਸਜ਼ਾ ਤੇ ਆਫਤਾਂ ਘੱਲੀਆਂ। ਤੇ ਉਹਨਾਂ ਨੇ ਫਿਰ ਕੀ ਕੀਤਾ? ਉਹਨਾਂ ਨੇ ਉਹਨੂੰ ਦੂਸਰੇ ਸ਼ਹਿਰ 'ਚ ਘੱਲ ਦਿੱਤਾ ਯਾਰ। ਤੇ ਉਹ ਜਿਹੜਾ ਸੀ GATH ਗਾਤ ਜਾਂ ਜੱਟ, ਉਹਨਾਂ ਦੇ ਫੋੜੇ ਨਿਕਲ ਆਏ, ਉਹਨਾਂ ਦੀ ਬਿਮਾਰੀਆਂ, ਇਹ ਗੱਲ ਹੈ ਆਫਤਾਂ। ਹਾਂਜੀ ਹਾਂ ਦੱਸੋ। ਹਾਂਜੀ ਉਹ ਬੁੱਤ ਡਿੱਗ ਪਿਆ, ਉਹਨੇ ਖੜਾ ਰੱਖ ਕੇ ਦੁਬਾਰਾ ਉਹਨੇ ਖੜਾ ਕੀਤਾ, ਫਿਰ ਡਿੱਗ ਪਿਆ। ਦੂਸਰੇ ਦਿਨ ਆ ਕੇ ਦੇਖਦੇ ਸੀ ਡਿੱਗਿਆ ਹੁੰਦਾ ਸੀਗਾ, ਬਿਮਾਰੀਆਂ ਹੋਰ ਹੋਣ ਲੱਗ ਗਈਆਂ। ਉਹ ਕਹਿੰਦੇ ਇਹਦੇ ਕਰਕੇ ਉਹਨਾਂ ਨੇ ਕਿਸੇ ਹੋਰ ਸ਼ਹਿਰ 'ਚ ਭੇਜਿਆ। ਉਹ ਜਦੋਂ ਘੱਲ ਦਿੱਤਾ 7 ਮਹੀਨਿਆਂ ਤੱਕ ਇਹ ਕੰਮ ਚੱਲਦਾ ਰਿਹਾ। ਉਹ 7 ਮਹੀਨਿਆਂ ਬਾਅਦ ਉਹਨਾਂ ਆਖਿਆ ਯਾਰ ਗੱਲ ਇਹ ਹੈ, ਇੱਕ ਬੈਲ ਗੱਡੀ ਲਈ ਹੈ, ਇਹ ਜਿਹੜੀ ਬੈਲ ਗੱਡੀ ਹੁੰਦੀ ਹੈ, ਉਹਨੂੰ ਬੜਾ ਆਰਾਮ ਨਾਲ ਇਹਨੂੰ ਰੱਖਿਆ ਤੇ ਉਸ ਅਹਿਦ ਦੇ ਸੰਦੂਕ ਨੂੰ ਘੱਲਿਆ ਤੇ ਨਾਲ ਬੜੇ ਗਿਫਟਸ ਰੱਖੇ ਤੇ ਪਰਮੇਸ਼ਵਰ ਕੋਲੋਂ ਤੌਬਾ ਕੀਤੀ, ਤਾਂ ਉਹਨਾਂ ਦੀ ਜਾਨ ਛੁੱਟੀ। ਅੱਛਾ ਜਦੋਂ ਉਹ ਬੈਲ ਗੱਡੀ ਆਈ ਤੇ ਉਹਨਾਂ ਇਸਰਾਈਲੀਆਂ ਨੇ ਕਿਹਾ, ਉੱਥੇ ਫਿਰ ਇੱਕ ਸੀਗਾ ਇਬਨ ਦਾਬ, ਲਿਖ ਲਓ ABINABAB, ਇਬਨ ਦਾਬ। ਉਹ ਇਸਰਾਈਲੀਆਂ ਨੇ ਕਿਹਾ ਉਹ ਇਬਨ ਦਾਬ ਦੇ ਘਰ 'ਚ ਰੱਖ ਛੱਡੋ। ਉੱਥੇ ਰੱਖ ਦਿੱਤਾ ਗਿਆ। ਉਹ ਜਦੋਂ ਉੱਥੇ ਰੱਖ ਦਿੱਤਾ ਗਿਆ, ਇਹ 70 ਸਾਲ ਤੱਕ ਉੱਥੇ ਹੀ ਰਿਹਾ। ਦੇਖੋ, ਤੇ ਜਿਹਦੇ ਵਿੱਚ 20 ਸਾਲ ਦੇ ਵਿੱਚ ਤੇ ਉਹ ਸੈਮੂਅਲ ਕਾਜ਼ੀ ਸੀ, ਜੱਜ ਸੀ, ਤੇ 40 ਸਾਲ ਸਾਊਲ ਜੱਜ ਰਿਹਾ। ਤਕਰੀਬਨ 10 ਸਾਲ ਦਾਊਦ ਜਿਹੜਾ ਸੀ ਉਹ ਬਾਦਸ਼ਾਹ ਸੀ।
ਅੱਛਾ, ਹੁਣ ਇੱਥੇ ਦਾਊਦ ਨੂੰ ਸਰ ਕੀ ਹੋਇਆ ਕਿ 70 ਸਾਲਾਂ ਦੇ ਅਸਲ ਵਿੱਚ ਇਹ 70 ਸਾਲਾਂ 'ਚ ਇਸ ਖੈਮੇ ਦੇ ਵਿੱਚ ਜਿਹੜਾ ਮੋਜ਼ਸ ਉਹਦੇ ਵਿੱਚ ਕੁਛ ਵੀ ਨਹੀਂ ਸੀ। ਸੋ ਉਹ ਕਾਇਨ ਕੀ ਕਰਦੇ ਸਨ? ਕਾਇਨ ਰੂਟੀਨ ਦੇ ਮੁਤਾਬਿਕ ਕੁਰਬਾਨੀਆਂ ਗੁਜ਼ਾਰਦੇ ਸਨ ਤੇ ਖੁਦਾ ਦਾ ਜਲਾਲ ਤੇ ਹਜ਼ੂਰੀ ਨਹੀਂ ਸੀ, ਲੇਕਿਨ ਫਿਰ ਵੀ ਖੁਦਾ ਉਹਨਾਂ ਨੂੰ ਬਲੈਸ ਕਰਦਾ ਸੀ। ਹਕੀਕਤ ਇਹ ਸੀ ਕਿ ਐਦ ਦਾ ਸੰਦੂਕ ਜਿਹੜਾ ਸੀ ਉਹ ਜਿਹੜਾ ਐਦ ਦਾ ਸੰਦੂਕ ਜਿੱਥੇ ਰੱਖਿਆ ਸੀ ਉੱਥੋਂ ਮੂਸਾ ਦੇ ਜਿਹੜਾ ਟੈਬਰਨੈਕਲ ਤੋਂ 5 ਮੀਲ ਦੂਰ ਇੱਕ ਫਾਰਮ ਤੇ ਉਹਨਾਂ ਨੇ ਰੱਖ ਦਿੱਤਾ ਸੀ। ਔਰ ਇਹ ਫਿਰ ਅਸੀਂ ਦੇਖਦੇ ਹਾਂ ਕਿ ਅਸਲ ਵਿੱਚ ਉਹ ਪਰਵਾਹੀ ਕਿਸੇ ਨੇ ਕੀਤੀ, ਕੋਈ ਮਸਲਾ ਨਹੀਂ ਸੀ, ਚੁੱਕ ਕੇ ਤੇ ਰੱਖਦੇ। ਲੇਕਿਨ ਫਿਰ ਇੰਜ ਹੋਇਆ ਕਿ ਦਾਊਦ ਨਬੀ ਨੇ ਖੁਦਾਵੰਦ ਅੱਗੇ ਕਸਮ ਚੁੱਕ ਲਈ ਜ਼ਬੂਰ 150 ਦੇ ਵਿੱਚ, ਪਹਿਲੀ ਕੁਰਾਨੀਕਲ ਪਹਿਲਾ ਇਤਿਹਾਸ ਔਰ ਉਹਦੀ 16 ਦੀ 37 ਤੇ ਜ਼ਬੂਰ 150 ਦੇ ਵਿੱਚ। ਅੱਛਾ, ਹੁਣ ਇੰਜ ਕੀਤਾ ਕਿ ਦਾਊਦ ਨੇ ਯਰੂਸ਼ਲਮ ਵਿੱਚ ਇੱਕ ਖੈਮਾ ਬਣਾ ਲਿਆ, ਖਾਲੀ ਇੱਕੋ ਹੀ ਕਮਰਾ। ਉਹ ਦਾਊਦ ਨੇ ਮੇਕ ਦਾ ਲੌਂਗ ਸਟੋਰੀ ਸ਼ਾਰਟ ਉੱਥੇ ਆਣ ਨੂੰ ਰੱਖ ਦਿੱਤਾ। ਔਰ ਜਦੋਂ ਇਹ ਦਾਊਦ ਨੇ ਇਹ ਜਿਹੜਾ ਸੀ ਨਾ ਅੱਛਾ, ਹੁਣ ਇਹ ਮੂਸਾ ਦਾ ਖੈਮਾ ਇਜਤਮਾ ਇਹ ਗਿਬੀਅਨ ਦੇ ਵਿੱਚ ਸੀ, ਪਹਾੜ ਉੱਥੇ ਹੈ GIBEON ਗਿਬਨ ਦੇ ਪਹਾੜ ਤੇ ਸੀ। ਤੇ ਮੂਸਾ ਦਾ ਸੀ ਉਹ ਜਨਾਬ ਉਹਨੇ ਕੋਈ ਸੈਹੂਨ ਉੱਤੇ ਆਪਣਾ ਇੱਕ ਕੋਈ ਬਣਾ ਦਿੱਤਾ ਕਮਰਾ ਜਿਹਾ। ਤੇ ਇਹਨਾਂ ਦੋਵਾਂ ਦੇ ਵਿੱਚ ਮੂਸਾ ਦੇ ਟੈਬਰਨੈਕਲ ਤੇ ਦਾਊਦ ਦੇ ਇਸ ਟੈਬਰਨੈਕਲ ਦੇ ਵਿੱਚ 8 ਮੀਲ ਦਾ ਫਰਕ ਸੀ। ਠੀਕ ਹੈ। ਸੋ ਮੇਕ ਦਾ ਲੌਂਗ ਸਟੋਰੀ ਸ਼ਾਰਟ ਕਿ ਦਾਊਦ ਨੇ ਇਸ ਇੰਜ ਕੀਤਾ ਕਿ ਇੱਥੇ ਇੱਕੋ ਹੀ ਕਮਰਾ ਸੀ, ਇੱਥੇ ਕੋਈ ਵਿੱਚ ਦੀਵਾਰ ਨਹੀਂ ਸੀ, ਹੋਲੀ ਆਫ ਹੋਲੀਜ਼ ਵਿੱਚ। ਇਸ ਲਈ ਲੋਕ ਆਉਂਦੇ ਸਨ, ਇੱਥੇ ਖੁਦਾ ਦੀ ਹਜ਼ੂਰੀ ਸੀ। ਤੇ ਦਾਊਦ ਨੇ ਇੱਥੇ ਬਹੁਤ ਸਾਰੇ ਮਿਊਜ਼ੀਸ਼ੀਅਨਸ ਵਰਸ਼ਿਪ ਕਰਨੇ ਵਾਲੇ ਉਹ ਲੋਕ ਤਿਆਰ ਕੀਤੇ। ਔਰ ਮੂਸਾ ਦੇ ਖੈਮੇ ਤੇ ਦਾਊਦ ਨੇ ਇਹ ਜਿਹੜਾ ਸਦੂਕ ਕਾਹਿਨ ਤੇ ਉਹਦੇ ਭਾਈਆਂ ਨੂੰ ਲਾ ਦਿੱਤਾ ਉੱਤੇ ਹੈ ਮੂਸਾ ਦੇ ਖੈਮੇ ਉੱਤੇ। ਸਦੂਕ ਮੀਨਸ ZADOK ਹੈ, ਜਿਹੜੇ ਸੁਬਾਹ ਸ਼ਾਮ ਉਸ ਮਜ਼ਬਾ ਤੇ ਕਰਦੇ ਸਨ। ਅੱਛਾ, ਉੱਥੇ ਕੁਰਬਾਨੀਆਂ ਹੁੰਦੀਆਂ ਸਨ, ਇਹ ਦਾਊਦ ਦੇ ਖੈਮੇ 'ਚ ਕੁਰਬਾਨੀ ਨਹੀਂ ਸੀ ਹੋ ਸਕਦੀ ਕਿਉਂਕਿ ਇੱਥੇ ਕੋਈ ਕਮਰਾ ਸੀ, ਹੋਲੀ ਆਫ ਹੋਲੀਜ਼ ਹੀ ਸੀ, ਲੋਕ ਇੱਥੇ ਇਬਾਦਤ ਕਰਦੇ ਸਨ। ਲੇਕਿਨ ਮੋਜ਼ਸ ਦੇ ਉੱਤੇ ਇਹ ਜਿਹੜੇ ਸਨ ਇਹਨੇ ਸਦੂਕ ਤੇ ਉਹਦੇ ਭਰਾਵਾਂ ਨੂੰ ਮੁਕਰਰ ਕਰ ਦਿੱਤਾ। ਸਦੂਕ ਜਿਹੜਾ ਸੀ ਨਾ ਇਹ ਕਾਹਿਨ ਸੀ, ਪ੍ਰੀਸਟ ਸੀ, ਉਹਦੇ ਭਰਾਵਾਂ ਨੂੰ। ਤੇ ਜਦੋਂ ਤੇ ਦਾਊਦ ਦੇ ਉੱਥੇ ਕੁਰਬਾਨੀ ਨਹੀਂ ਸੀ ਹੁੰਦੀ। ਹੁਣ ਇੱਥੇ ਨਾ ਇਹ ਦਾਊਦ ਨੇ ਕਾਇਨ ਮੁਕਰਰ ਕੀਤੇ, ਪ੍ਰੀਸਟ ਮੁਕਰਰ ਕੀਤੇ ਤੇ ਜਿਹਦੇ ਵਿੱਚ ਮਿਊਜ਼ੀਸ਼ੀਅਨ ਸਿੰਗਰ ਮੁਕਰਰ ਕੀਤੇ ਜਿਹੜੇ ਦਿਨ ਰਾਤ 24 ਘੰਟੇ ਉੱਥੇ ਵਰਸ਼ਿਪ ਤੇ ਪਰਮੇਸ਼ਵਰ ਦਾ ਵਚਨ ਨੂੰ ਡਿਕਲੇਅਰ ਕਰਦੇ ਸਨ, ਉੱਚੀ ਉੱਚੀ ਪੜ੍ਹਦੇ ਸਨ। ਠੀਕ ਹੈ। ਸੋ ਇਹ ਅਸੀਂ ਜਿਹੜੇ ਹੈ ਇਹਦੇ ਵਿੱਚ ਵੇਖਦੇ ਹਾਂ ਕਿ ਦਾਊਦ ਦੇ ਖੈਮਾ ਇਜਤਵਾ ਵਿੱਚ ਫਿਰ ਪਤਾ ਕੀ ਹੋਇਆ, ਕੁਰਬਾਨੀਆਂ ਤੇ ਨਹੀਂ ਹੁੰਦੀਆਂ ਸਨ, ਲੇਕਿਨ ਉੱਥੇ ਵਰਸ਼ਿਪ ਦੇ ਨਾਲ ਇਹ ਹੁੰਦਾ ਸੀ ਰੂਹਾਨੀ ਕੁਰਬਾਨੀਆਂ ਦਾ ਸਿਸਟਮ ਉੱਥੋਂ ਸ਼ੁਰੂ ਹੋਇਆ ਜੀ। ਠੀਕ ਹੈ। ਔਰ ਉਹਦੇ ਵਿੱਚ ਇਹ ਜਿਹੜਾ ਸੀ ਮਿਨਿਸਟਰੀ ਆਫ ਡਾਂਸ ਸ਼ੁਰੂ ਹੋ ਗਈ। ਨੰਬਰ 1 ਦੂਸਰਾ ਸੈਮੂਅਲ 6:14 ਮਿਨਿਸਟਰੀ ਆਫ ਡਾਂਸ ਕਰਨਾ। ਅੱਛਾ ਹਾਂ, ਇਹ ਅਗਰ ਅਗਲੇ ਉਹਦੇ 'ਚ ਕਰ ਲਓ ਤੇ ਫਿਰ ਉਹ ਬਿਹਤਰ ਰਹੇਗਾ ਕਿ ਇਹ ਸਾਰਾ ਕੁਛ ਇਹ ਫਿਰ ਉਸ ਵੇਲੇ 2 ਸਨ ਜਿੱਥੇ ਵਰਸ਼ਿਪ ਹੁੰਦੀ ਸੀ, 2 ਟੈਬਰਨੈਕਲ ਸਨ, ਇੱਕ ਮੋਜ਼ਸ ਦਾ, ਇੱਕ ਕਿਹੜਾ ਸੀ ਡੇਵਿਡ ਦਾ। ਇਹ ਉਨੀ ਦੇਰ ਤੱਕ ਇਹ ਹੁੰਦੀ ਰਹੀ ਜਿੰਨੀ ਦੇਰ ਤੱਕ ਹੈ ਜੀ ਸੋਲੋਮਨ ਹੈਕਲ ਨਹੀਂ ਬਣੀ। ਸੋਲੋਮਨ ਹੈਕਲ 46 ਸਾਲ ਬਾਅਦ ਬਣੀ ਔਰ ਹੈਕਲ ਬਣਨ ਤੋਂ 13 ਸਾਲ ਪਹਿਲੇ ਦਾਊਦ ਹੋਰੀ ਰੱਬ ਨੂੰ ਪਿਆਰੇ ਹੋ ਗਏ ਸੀ, ਯਾਨੀ 570 ਵਿੱਚ ਇਹ 570। ਸੋ ਐਨੀਵੇ ਟਾਈਮ ਹੋ ਜਾਂਦਾ ਹੈ। ਹਾਲੇਲੂਇਆ, ਬੜੀ ਬਰੀਕੀ ਦੇ ਵਿੱਚ ਸਿੱਖ ਰਹੇ ਹਾਂ। ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ ਆਪਦੇ ਇਸ ਵਚਨ ਦੇ ਲਈ ਔਰ ਕੱਲੇ ਕੱਲੇ ਲਫ਼ਜ਼ ਦੇ ਲਈ ਜੋ ਆਪ ਬੋਲਿਆ ਗਿਆ।
ਔਰ ਇਹਨਾਂ ਦੇ ਵਿੱਚ ਫਰਕ ਸਮਝਾਇਆ ਗਿਆ ਪਰਮੇਸ਼ਰ ਪਿਤਾ। ਬ੍ਰਦਰ ਇਕਬਾਲ ਜੀ ਦੇ ਲਈ, ਇਹਨਾਂ ਦੇ ਜੀਵਨ ਦੇ ਲਈ ਸ਼ੁਕਰ ਕਰਦੇ, ਇਹਨਾਂ ਦੇ ਲਈ ਬਰਕਤ ਮੰਗਦੇ ਹਾਂ ਪਰਮੇਸ਼ਰ ਪਿਤਾ। ਜੋ ਵੀ ਵਚਨ ਪਵਿੱਤਰ ਆਤਮਾ ਦੁਆਰਾ ਬੋਲਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ, ਉਹ ਸਾਡੇ ਸਭ ਦੇ ਅੰਦਰ ਵਸ ਜਾਏ ਔਰ ਉਹ ਸਾਰੇ ਸੁਣਨ ਵਾਲੇ ਬਰਕਤ ਪਾਉਣ। ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਰੂਪ ਦੇ ਵਿੱਚ ਢੱਕਦੇ ਹਾਂ ਤਾਂ ਕਿ ਦੁਸ਼ਮਣ ਚੁਰਾ ਨਾ ਸਕੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ। Amen. ਆਮੀਨ।